ਅਫਸੀਆਂ ਦੇ ਖੱਤ ਵੱਲ ਜਾਈਏ, ਉਸ ਦਾ 5 ਅਧਿਆਏ ਅਤੇ 15 ਆਇਤ ਤੋਂ ਲੈ ਕੇ 20 ਆਇਤ ਤੱਕ ਉਸ ਵਿੱਚ ਪੌਲੁਸ ਆਖਦਾ ਹੈ, ਇਸ ਲਈ ਇਸ ਗੱਲੋਂ ਬਹੁਤ ਸਾਵਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਨ ਬੰਦਿਆਂ ਦੇ ਢੰਗ ਨਾਲ ਨਾ ਜੀਵੋ, ਸਗੋਂ ਗਿਆਨਵਾਨ ਬਣ ਕੇ ਜੀਓ। ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ, ਕਿਉਂਕਿ ਇਹ ਸਮਾਂ ਭ੍ਰਿਸ਼ਟ ਹੈ। ਇਸ ਲਈ ਮੂਰਖਤਾ ਦਾ ਜੀਵਨ ਨਾ ਜੀਓ, ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। ਆਪਣੇ ਆਪ ਨੂੰ ਸ਼ਰਾਬੀ ਨਾ ਬਣਾਓ, ਇਹ ਆਤਮਿਕ ਤੌਰ 'ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸ ਦੀ ਜਗ੍ਹਾ ਆਤਮਾ ਨਾਲ ਭਰਪੂਰ ਹੋ ਜਾਵੋ। ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਿਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗੀਤ ਗਾਵੋ ਅਤੇ ਸੰਗੀਤ ਛੇੜੋ। ਹਰ ਚੀਜ਼ ਲਈ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ। ਉਸ ਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਧੰਨਵਾਦ ਕਰੋ। ਹੁਣ ਅਸੀਂ ਦੇਖਿਆ ਪਿਛਲੇ ਕੁਝ ਹਫ਼ਤਿਆਂ ਤੱਕ ਕਿ ਕਿਵੇਂ ਪੌਲੁਸ ਕਹਿੰਦਾ ਹੈ ਸਾਨੂੰ ਕਿੱਦਾਂ ਦਾ ਜੀਵਨ ਜੀਣਾ ਚਾਹੀਦਾ ਹੈ। ਅਸੀਂ ਦੇਖਿਆ 4ਥੇ ਅਧਿਆਇ 'ਚ, 5ਵੇਂ ਅਧਿਆਇ 'ਚ ਵੀ ਅਸੀਂ ਦੇਖਿਆ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਵਚਨ 'ਚੋਂ, ਉਹ ਇਹ ਹੈ ਕਿ ਆਤਮਾ ਨਾਲ ਭਰੇ ਹੋਏ ਲੋਕ ਕੌਣ ਹੁੰਦੇ ਹਨ ਅਤੇ ਉਹਨਾਂ ਦੇ ਕੰਮ ਕੀ ਹੁੰਦੇ ਹਨ। ਆਤਮਾ ਨਾਲ ਭਰੇ ਹੋਏ, ਬਾਈਬਲ ਸਾਨੂੰ ਦੱਸਦੀ ਹੈ ਕਿ ਜੋ ਮਸੀਹ ਕੋਲ ਆਉਂਦਾ ਹੈ ਉਹ ਆਤਮਾ ਨਾਲ ਭਰ ਜਾਂਦਾ ਹੈ, ਪਰਮੇਸ਼ਵਰ ਦੇ ਆਤਮਾ ਨਾਲ, ਪਵਿੱਤਰ ਆਤਮਾ ਜਿਹਨੂੰ ਕਹਿੰਦੇ ਹਾਂ। ਜਿਵੇਂ ਕਿ ਅਸੀਂ ਪਹਿਲਾਂ ਵੀ ਦੇਖਿਆ ਕਿ ਜੋ ਇੱਕ ਪਰਮੇਸ਼ਵਰ ਹੈ ਉਸ ਨੇ ਆਪਣੇ ਆਪ ਨੂੰ 3 ਸ਼ਖਸੀਅਤਾਂ ਦੇ ਵਿੱਚ ਸਾਨੂੰ ਦਿਖਾਇਆ ਆਪਣੇ ਵਚਨ ਦੇ ਦੁਆਰਾ, ਪਿਤਾ, ਪੁੱਤਰ ਅਤੇ ਰੂਹ ਪਾਕ। ਅਤੇ ਜੋ ਪਵਿੱਤਰ ਆਤਮਾ ਹੈ, ਰੂਹ ਪਾਕ, ਉਸ ਦਾ ਸਾਡੀ ਜ਼ਿੰਦਗੀਆਂ 'ਚ ਕੀ ਕੰਮ ਹੈ? ਉਸ ਦਾ ਕੰਮ ਇਹ ਹੈ, ਜਿਵੇਂ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਯਹੂਨਾ ਦੀ ਇੰਜੀਲ ਉਹਦਾ 16 ਅਧਿਆਇ ਕਿ ਪਵਿੱਤਰ ਆਤਮਾ ਆਵੇਗਾ, ਸਹਾਇਕ, ਮਦਦਗਾਰ, ਜੋ ਮੇਰੇ ਨਾਮ ਨੂੰ ਮਹਿਮਾ ਦੇਵੇਗਾ ਤੁਹਾਡੀ ਜ਼ਿੰਦਗੀਆਂ ਦੇ ਵਿੱਚ, ਅਤੇ ਜੋ ਵਚਨ ਮੈਂ ਕਹੇ ਹਨ ਉਹ ਤੁਹਾਡੇ ਉੱਤੇ ਉਜਾਗਰ ਕਰੇਗਾ। ਅਤੇ ਜੋ ਪਵਿੱਤਰ ਆਤਮਾ ਦਾ ਇੱਕ ਕੰਮ ਹੈ ਸਾਡੀ ਜ਼ਿੰਦਗੀ 'ਚ, ਉਹ ਇਹੀ ਹੈ ਕਿ ਸਾਨੂੰ ਉਹ ਪ੍ਰਭੂ ਨਾਲ ਜੋੜਦਾ ਹੈ। ਕਈ ਲੋਕ ਇਹ ਗੱਲ ਨੂੰ ਨਹੀਂ ਸਮਝਦੇ। ਜਦੋਂ ਅਸੀਂ ਅਫਸੀਆਂ ਦਾ ਖੱਤ ਪੜ੍ਹਦੇ ਹਾਂ ਅਤੇ ਉਸਦੇ ਉਹਦਾ 2 ਅਧਿਆਇ ਅਤੇ ਪਹਿਲੀਆਂ 3 ਆਇਤਾਂ ਨੂੰ ਅਸੀਂ ਜਦੋਂ ਦੇਖਦੇ ਹਾਂ, ਉਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਅਸੀਂ ਪਾਪ 'ਚ ਮੁਰਦਾ ਸੀ। ਹੁਣ ਇੱਕ ਮੁਰਦਾ ਇਨਸਾਨ ਪ੍ਰਭੂ ਦੀ ਗੱਲ ਨਹੀਂ ਸੁਣ ਸਕਦਾ। ਤੁਸੀਂ ਸ਼ਾਇਦ ਚਰਚਾਂ 'ਚ ਵੀ ਜਾਂਦੇ ਹੋਵੋਗੇ, ਜਾਂ ਤੁਸੀਂ ਕਈ ਵਾਰੀ ਪ੍ਰਚਾਰ ਸੁਣਿਆ ਪ੍ਰਚਾਰਕਾਂ ਦਾ, ਕਿਸੇ ਨੇ ਤੁਹਾਨੂੰ ਪ੍ਰਭੂ ਦੇ ਬਾਰੇ ਦੱਸਿਆ ਅਤੇ ਤੁਸੀਂ ਵਿਸ਼ਵਾਸ ਨਹੀਂ ਕੀਤਾ। ਪਰ ਜਦੋਂ ਪਵਿੱਤਰ ਆਤਮਾ ਨੇ ਉਹ ਵਚਨ ਨੂੰ ਲੈ ਕੇ ਤੁਹਾਡੇ ਦਿਲਾਂ ਨੂੰ ਕਾਇਲ ਕੀਤਾ, ਤੁਸੀਂ ਵਿਸ਼ਵਾਸ ਕੀਤਾ, ਤੁਹਾਡੇ ਦਿਲਾਂ ਨੂੰ ਉਸਨੇ ਖੋਲ੍ਹ ਦਿੱਤਾ। ਅਤੇ ਜਿਹੜਾ ਇੱਕ ਪਵਿੱਤਰ ਆਤਮਾ ਦਾ ਕੰਮ ਹੈ ਸਾਡੀ ਜ਼ਿੰਦਗੀ 'ਚ, ਜਦੋਂ ਅਸੀਂ ਵਿਸ਼ਵਾਸੀ ਨਹੀਂ ਹੁੰਦੇ ਅਤੇ ਫਿਰ ਅਸੀਂ ਵਿਸ਼ਵਾਸੀ ਬਣ ਜਾਂਦੇ ਹਾਂ, ਪਵਿੱਤਰ ਆਤਮਾ ਦਾ ਹੀ ਕੰਮ ਹੁੰਦਾ ਹੈ ਕਿ ਸਾਨੂੰ ਉਹ ਵਿਸ਼ਵਾਸੀ ਬਣਾਉਂਦਾ ਹੈ। ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਖੂਨ ਡੋਲਿਆ, ਸਾਡੇ ਲਈ ਕਰਜ਼ਾ ਅਦਾ ਕਰ ਦਿੱਤਾ, ਅਤੇ ਉਹ ਕਰਜ਼ਾ ਜਦੋਂ ਅਦਾ ਹੋ ਗਿਆ ਅਤੇ ਜਦੋਂ ਪਵਿੱਤਰ ਆਤਮਾ ਸਾਡੀ ਜ਼ਿੰਦਗੀ 'ਚ ਆ ਗਿਆ, ਉਹ ਕਰਜ਼ੇ ਦੇ ਦੁਆਰਾ ਪਵਿੱਤਰ ਆਤਮਾ ਸਾਨੂੰ ਹੁਣ ਪ੍ਰਭੂ ਵੱਲ ਲੈ ਕੇ ਜਾਂਦਾ ਹੈ ਅਤੇ ਸਾਡੇ ਦਿਲਾਂ ਨੂੰ ਖੋਲ੍ਹ ਦਿੰਦਾ ਹੈ। ਅਤੇ ਜਿਹੜੀ ਇੱਕ ਸਿਕਸ਼ਾ ਹੈ, ਇਹ ਡਾਕਟਰਿਨ ਹੈ, ਬਹੁਤ ਲੋਕਾਂ ਨੂੰ ਨਹੀਂ ਪਤਾ ਚਰਚਾਂ ਦੇ ਵਿੱਚ। ਜਦੋਂ ਤੁਸੀਂ ਪਰਮੇਸ਼ਵਰ 'ਤੇ ਵਿਸ਼ਵਾਸ ਕੀਤਾ, ਉਦੋਂ ਤੁਸੀਂ ਪਰਮੇਸ਼ਵਰ ਵੱਲ ਮੁੜ ਆਏ। ਉਹ ਵਿਸ਼ਵਾਸ ਕਰਾਉਣਾ ਪਵਿੱਤਰ ਆਤਮਾ ਦਾ ਹੀ ਕੰਮ ਸੀ। ਪਵਿੱਤਰ ਆਤਮਾ ਸਾਨੂੰ ਤੌਬਾ ਦੇ ਵੱਲ ਲੈ ਕੇ ਜਾਂਦਾ ਹੈ। ਪਵਿੱਤਰ ਆਤਮਾ ਸਾਡੇ ਦਿਲਾਂ ਨੂੰ ਕਾਇਲ ਕਰਦਾ ਹੈ, ਸਾਨੂੰ ਨਵਾਂ ਦਿਲ ਦਿੰਦਾ ਹੈ। ਇਹ ਪਵਿੱਤਰ ਆਤਮਾ ਦਾ ਹੀ ਕੰਮ ਹੈ। ਯਾਨੀ ਕਿ ਨਵਾਂ ਜੀਵਨ ਜਦੋਂ ਅਸੀਂ ਜਿਉਂਦੇ ਕੀਤੇ ਗਏ, ਉਹ ਇੱਕ ਜਿਹੜਾ ਕੰਮ ਸੀ ਉਹ ਪਵਿੱਤਰ ਆਤਮਾ ਨੇ ਸਾਡੀ ਜ਼ਿੰਦਗੀਆਂ 'ਚ ਕੀਤਾ। ਅਤੇ ਬਾਈਬਲ ਸਾਨੂੰ ਇਸ ਬਾਰੇ ਬਹੁਤ ਦੱਸਦੀ ਹੈ। ਅਤੇ ਕਈ ਵਾਰੀ ਫਿਰ ਅਸੀਂ ਗੱਲ ਕਰਦੇ ਹਾਂ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਇਹ ਕੀ ਹੈ। ਇਹ ਕੋਈ ਅਲੱਗ ਇਹ ਇੱਕ ਮੌਕਾ ਨਹੀਂ ਹੁੰਦਾ। ਜਦੋਂ ਤੁਸੀਂ ਵਿਸ਼ਵਾਸੀ ਬਣ ਗਏ, ਉਦੋਂ ਹੀ ਤੁਹਾਨੂੰ ਪਵਿੱਤਰ ਆਤਮਾ ਮਿਲ ਗਿਆ, ਕਿਉਂਕਿ ਅਸੀਂ ਪੜ੍ਹਦੇ ਹਾਂ ਕਿ ਬਿਨਾਂ ਪਵਿੱਤਰ ਆਤਮਾ ਤੋਂ ਅਸੀਂ ਪ੍ਰਭੂ ਨੂੰ ਪ੍ਰਭੂ ਨਹੀਂ ਕਹਿ ਸਕਦੇ। ਅਤੇ ਇਹ ਤਾਂ ਹੋ ਗਿਆ ਸ਼ੁਰੂਆਤ ਦੀਆਂ ਗੱਲਾਂ। ਪੌਲੁਸ ਕਹਿੰਦਾ ਹੈ ਕਿ ਤੁਸੀਂ ਆਤਮਾ ਨਾਲ ਭਰਿਆ ਹੋਇਆ ਜੀਵਨ ਜੀਵੋ। ਅਸੀਂ ਪੜ੍ਹਿਆ ਅਫਸੀਆਂ ਦਾ ਖੱਤ 5 ਅਧਿਆਇ 15 ਤੋਂ 20 ਅਤੇ ਉਸ ਦੀ 18 ਆਇਤ ਵਿੱਚ ਉਹ ਕਹਿੰਦਾ ਹੈ, ਤੁਸੀਂ ਸ਼ਰਾਬੀਆਂ ਵਾਂਗੂ ਨਾ ਜੀਵੋ, ਪਰ ਆਤਮਾ ਨਾਲ ਭਰਪੂਰ ਹੋ ਕੇ ਜੀਵੋ। ਅਤੇ ਆਤਮਾ ਦੀ ਭਰਪੂਰੀ ਵਾਲਾ ਜੀਵਨ ਕੀ ਹੈ? ਅਤੇ
ਆਤਮਾ ਦੀ ਭਰਪੂਰੀ ਵਾਲਾ ਜੀਵਨ ਅਸੀਂ ਕੁਝ ਗੱਲਾਂ ਦੇਖਦੇ ਹਾਂ ਇਸ ਵਾਕ ਦੇ ਦੁਆਰਾ। ਉਹ ਕਹਿੰਦਾ ਹੈ ਕਿ ਤੁਸੀਂ ਆਤਮਾ ਨਾਲ ਭਰ ਜਾਓ। ਅਤੇ ਆਤਮਾ ਨਾਲ ਭਰੇ ਹੋਏ ਲੋਕ ਕੌਣ ਹਨ ਅਤੇ ਉਹਨਾਂ ਦੇ ਕੰਮ ਕੀ ਹਨ? ਅਸੀਂ ਦੇਖਦੇ ਹਾਂ ਫਿਰ ਪਹਿਲਾ ਕੁਰਿੰਥੀਆਂ ਉਹਦਾ 12 ਅਧਿਆਏ ਅਤੇ ਉਹਦੀ 3 ਆਇਤ। ਉਸ ਵਿੱਚ ਪੌਲੁਸ ਕਹਿੰਦਾ ਹੈ, ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਸਮਝ ਲਵੋ ਕਿ ਕੋਈ ਵੀ ਪਰਮੇਸ਼ਵਰ ਦੀ ਆਤਮਾ ਨਾਲ ਭਰਿਆ ਹੋਇਆ ਇਹ ਨਹੀਂ ਕਹਿ ਸਕਦਾ ਕਿ ਪ੍ਰਭੂ ਯਿਸੂ ਮਸੀਹ ਸ਼ਰਾਪਿਤ ਹੈ। ਪਰ ਪਵਿੱਤਰ ਆਤਮਾ ਨੂੰ ਛੱਡ ਕੇ ਕੋਈ ਵੀ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਨਹੀਂ ਕਹਿ ਸਕਦਾ। ਅਤੇ ਪਹਿਲੀ ਗੱਲ ਅਸੀਂ ਦੇਖਦੇ ਹਾਂ ਵੀ ਜਿਹੜੇ ਆਤਮਾ ਦੇ ਨਾਲ ਭਰੇ ਹੋਏ ਲੋਕ ਹੁੰਦੇ ਹਨ ਉਹ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਕਹਿੰਦੇ ਹਨ। ਜੇ ਪ੍ਰਭੂ ਯਿਸੂ ਮਸੀਹ ਤੁਹਾਡਾ ਪ੍ਰਭੂ ਨਹੀਂ ਹੈ, ਜੇ ਤੁਸੀਂ ਆਪਣੇ ਬੁੱਲਾਂ ਨਾਲ ਇਕਰਾਰ ਨਹੀਂ ਕੀਤਾ, ਆਪਣੇ ਮੂੰਹ ਨਾਲ ਇਕਰਾਰ ਨਹੀਂ ਕੀਤਾ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਬਚਾਉਣ ਆਉਂਦਾ ਹੈ, ਸਾਡੇ ਲਈ ਮਾਰਿਆ ਗਿਆ ਅਤੇ ਤੀਜੇ ਦਿਨ ਉਹ ਜਿੰਦਾ ਹੋ ਗਿਆ, ਜਿਵੇਂ ਕਿ ਅਸੀਂ ਰੋਮੀਆਂ ਦੇ ਖੱਤ ਉਹਦਾ 10 ਅਧਿਆਏ ਉਸਦੀ 9 'ਚ ਪੜ੍ਹਦੇ ਹਾਂ ਕਿ ਜੇ ਤੁਸੀਂ ਆਪਣੇ ਮੂੰਹ ਨਾਲ ਇਕਰਾਰ ਕਰਦੇ ਹੋ ਕਿ ਪ੍ਰਭੂ ਯਿਸੂ ਮਸੀਹ ਜ਼ਿੰਦਾ ਹੋ ਗਿਆ ਅਤੇ ਆਪਣੇ ਦਿਲਾਂ ਨਾਲ ਵਿੱਚ ਤੁਸੀਂ ਸੋਚਦੇ ਹੋ ਕਿ ਪ੍ਰਭੂ ਯਿਸੂ ਮਸੀਹ ਜ਼ਿੰਦਾ ਹੋ ਗਿਆ ਅਤੇ ਉਹ ਮੇਰੀ ਜੀਵਨ ਦਾ ਮਾਲਕ ਹੈ, ਜੇ ਤੁਸੀਂ ਇਹ ਨਹੀਂ ਕਹਿੰਦੇ ਤਦ ਤੱਕ ਤੁਸੀਂ ਬਚਾਏ ਨਹੀਂ ਜਾਂਦੇ। ਅਤੇ ਬਚਾਏ ਜਾਣ ਦਾ ਕੀ ਮਤਲਬ ਹੈ? ਜੋ ਬਚਾਏ ਜਾਣ ਦਾ ਮਤਲਬ ਇਹ ਹੈ ਕਿ ਤੁਸੀਂ ਪਾਪ 'ਚ ਫਸੇ ਸੀ, ਆਪਣੇ ਪਾਪ ਦਾ ਕਰਜ਼ਾ ਤੁਸੀਂ ਨਹੀਂ ਸੀ ਲਾ ਸਕਦੇ। ਇਸ ਕਰਕੇ ਅਸੀਂ ਕਈ ਜਗ੍ਹਾ ਦੇਖਦੇ ਹਾਂ ਕਿੰਨੇ ਲੋਕ ਕਿੰਨੀਆਂ ਜਗ੍ਹਾ ਜਾ ਕੇ ਬਹੁਤ ਕੁਛ ਕੰਮ ਕਰਦੇ ਹਨ, ਯਤਨ ਕਰਦੇ ਹਨ ਕਿ ਉਹਨਾਂ ਦਾ ਇੱਕ ਰਿਸ਼ਤਾ ਪਰਮੇਸ਼ਵਰ ਦੇ ਨਾਲ ਕਾਇਮ ਹੋ ਜਾਵੇ, ਪਰ ਉਹ ਹੁੰਦਾ ਨਹੀਂ। ਇਸ ਕਰਕੇ ਉਹ ਦੁਆਰਾ ਬਲੀਆਂ ਚੜ੍ਹਾਉਂਦੇ ਹਨ, ਪੈਸਾ ਦਿੰਦੇ ਹਨ, ਚੈਰਿਟੀਜ਼ ਕਰਦੇ ਹਨ। ਪਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਇੱਕ ਵਾਰੀ ਸਾਡੇ ਲਈ ਨਿਛਾਵਰ ਕਰ ਦਿੱਤਾ ਅਤੇ ਉਸ ਦਾ ਬਲੀਦਾਨ ਪਿਤਾ ਨੇ ਸਵੀਕਾਰ ਕਰ ਲਿਆ। ਉਹ ਬਲੀਦਾਨ ਦੇ ਦੁਆਰਾ ਅਸੀਂ ਬਚਾਏ ਜਾਂਦੇ ਹਾਂ ਜਦੋਂ ਅਸੀਂ ਉਹ ਬਲੀਦਾਨ 'ਤੇ ਵਿਸ਼ਵਾਸ ਲਿਆਉਂਦੇ ਹਨ, ਪ੍ਰਭੂ ਯਿਸੂ ਮਸੀਹ ਦਾ ਜੋ ਬਲੀਦਾਨ ਕਰੂਸ 'ਤੇ ਹੋਇਆ। ਅਤੇ ਜਿਹੜੇ ਲੋਕ ਪ੍ਰਭੂ ਨੂੰ ਪ੍ਰਭੂ ਨਹੀਂ ਕਹਿੰਦੇ ਉਹ ਉਹਨਾਂ ਦਾ ਪ੍ਰਭੂ ਜੋ ਹੈ, ਸਾਡਾ ਜੋ ਪ੍ਰਭੂ ਹੈ, ਉਹਨਾਂ ਦਾ ਮੁਕਤੀਦਾਤਾ ਨਹੀਂ ਬਣ ਸਕਦਾ। ਜਦ ਤੱਕ ਪ੍ਰਭੂ ਯਿਸੂ ਮਸੀਹ ਤੁਹਾਡਾ ਪ੍ਰਭੂ ਨਹੀਂ ਹੈ, ਹਾਲਾਂਕਿ ਉਹ ਤੁਹਾਡਾ ਪ੍ਰਭੂ ਹੈ, ਪਰ ਜਦ ਤੱਕ ਤੁਸੀਂ ਇਹ ਗੱਲ ਨੂੰ ਨਹੀਂ ਮੰਨਦੇ ਤਦ ਤੱਕ ਉਹ ਤੁਹਾਡਾ ਮੁਕਤੀਦਾਤਾ ਨਹੀਂ ਹੋ ਸਕਦਾ। ਇਸ ਲਈ ਜੋ ਪਵਿੱਤਰ ਆਤਮਾ ਨਾਲ ਭਰੇ ਲੋਕ ਹੁੰਦੇ ਹਨ ਉਹ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਕਹਿੰਦੇ ਹਨ। ਹੁਣ ਚਰਚਾਂ ਦੇ ਵਿੱਚ ਮੈਂ ਦੇਖਦਾ ਹੁੰਦਾ, ਕਾਫੀ ਚਰਚਾਂ ਦੇ ਵਿੱਚ, ਪੰਜਾਬੀ ਹਿੰਦੀ ਚਰਚਾਂ ਦੇ ਵਿੱਚ ਜਿੱਥੇ ਲੋਕ ਬੋਲਦੇ ਪੰਜਾਬੀ, ਹਿੰਦੀ, ਉਰਦੂ, ਉਹਨਾਂ ਨੂੰ ਇੱਕ ਗੱਲ ਇਹ ਨਹੀਂ ਸਮਝ ਲੱਗਦੀ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਇੱਕ ਚਰਚ ਦੇ ਵਿੱਚ, ਕਲੀਸਿਆ ਦੇ ਵਿੱਚ 2 ਤਰ੍ਹਾਂ ਦੇ ਲੋਕ ਨੇ, ਪਵਿੱਤਰ ਆਤਮਾ ਨਾਲ ਭਰੇ ਹੋਏ ਲੋਕ ਅਤੇ ਬਿਨਾਂ ਪਵਿੱਤਰ ਆਤਮਾ ਵਾਲੇ ਲੋਕ। ਇਹ ਕਾਫੀ ਗਲਤ ਗੱਲ ਹੈ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਕਹਿੰਦੇ ਹੋ, ਜੇ ਤੁਸੀਂ ਤੌਬਾ ਕੀਤੀ ਹੈ, ਜੇ ਤੁਸੀਂ ਪਾਪ ਤੋਂ ਮੁੜੇ ਹੋ, ਜੇ ਤੁਹਾਡਾ ਵਿਸ਼ਵਾਸ ਯਿਸੂ ਮਸੀਹ ਹੈ, ਤੁਸੀਂ ਪਵਿੱਤਰ ਆਤਮਾ ਨਾਲ ਭਰੇ ਹੋਏ ਹੋ। ਇਹ ਤਾਂ ਹੋ ਗਈ ਪਹਿਲੀ ਗੱਲ। ਦੂਜੀ ਗੱਲ, ਜਿਹੜੇ ਲੋਕ ਪਵਿੱਤਰ ਆਤਮਾ ਨਾਲ ਭਰੇ ਹੁੰਦੇ ਹਨ ਉਹ ਪ੍ਰਭੂ ਦੇ ਵਚਨ ਦੇ ਕੋਲ ਆ ਕੇ ਸਿੱਖਦੇ ਹਨ, ਪ੍ਰਭੂ ਦੇ ਵਚਨ ਨੂੰ ਸਿੱਖਦੇ ਹਨ, ਪ੍ਰਭੂ ਦੇ ਵਚਨ ਦੇ ਅੰਦਰ ਆਉਂਦੇ ਹਨ, ਉਹਦੇ ਅੱਗੇ ਹਲੀਮ ਹੁੰਦੇ ਹਨ, ਉਹ ਵਚਨ ਦੀ ਸੱਚਾਈ 'ਚ ਚੱਲਦੇ ਹਨ, ਉਹ ਵਚਨ ਦੇ ਪ੍ਰਕਾਸ਼ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਉਂਦੇ ਹਨ। ਅਤੇ ਪਵਿੱਤਰ ਆਤਮਾ ਦਾ ਵੀ ਕੰਮ ਇਹੀ ਹੈ ਕਿ ਪ੍ਰਭੂ ਦਾ ਪ੍ਰਕਾਸ਼ ਸਾਡੀ ਜ਼ਿੰਦਗੀ 'ਚ ਆਵੇ। ਯਿਸੂ ਮਸੀਹ ਕਹਿੰਦਾ ਹੈ ਜੀਵਨ ਦਾ ਚਾਨਣ ਮੈਂ ਹਾਂ। ਫਿਰ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਵੀ ਕਹਿੰਦਾ ਹੈ, ਉਹ ਮੱਤੀ ਦੀ ਇੰਜੀਲ ਉਸਦਾ 5ਵਾਂ ਅਧਿਆਏ, ਉਸ ਵਿੱਚ ਉਹ ਕਹਿੰਦਾ ਹੈ ਕਿ ਤੁਸੀਂ ਜਗਤ ਦਾ ਚਾਨਣ ਹੋ। ਉਹ ਜਗਤ ਦਾ ਚਾਨਣ ਕਿਵੇਂ ਹੋ ਗਏ? ਕਿਉਂਕਿ ਪਰਮੇਸ਼ਵਰ ਦਾ ਵਚਨ ਹੁਣ ਉਹਨਾਂ ਦੀ ਜ਼ਿੰਦਗੀਆਂ ਵਿੱਚ ਕੰਮ ਕਰਨ ਲੱਗ ਪਿਆ, ਉਹਨਾਂ ਦੀ ਜ਼ਿੰਦਗੀਆਂ ਵਿੱਚ ਪਰਮੇਸ਼ਵਰ ਦੇ ਵਚਨ ਨੇ ਘਰ ਕਰ ਲਿਆ। ਅਤੇ ਹੁਣ ਜਿਹੜੇ ਮਸੀਹੀ ਲੋਕ ਹੁੰਦੇ ਹਨ, ਜਿਹੜੇ ਕਿ ਸੱਚੇ ਮਸੀਹੀ ਹਨ, ਚਰਚਾਂ ਦੇ ਵਿੱਚ ਕਈ ਬੱਕਰੀਆਂ ਵੀ ਹਨ ਅਤੇ ਕਈ ਭੇਡਾਂ ਵੀ ਹਨ। ਜਿਹੜੇ ਪ੍ਰਭੂ ਦੀ ਗੱਲ ਨੂੰ ਸੁਣਦੇ ਹਨ ਉਹ ਪ੍ਰਭੂ ਦੀਆਂ ਭੇਡਾਂ ਹਨ। ਯਿਸੂ ਮਸੀਹ ਇਹ ਕਹਿੰਦਾ ਹੈ ਆਪਣੇ ਯਹੂਨਾ ਦੀ ਇੰਜੀਲ ਦੇ ਵਿੱਚ ਵੀ, ਮੇਰੀਆਂ ਭੇਡਾਂ ਮੇਰੀਆਂ ਆਵਾਜ਼ ਸੁਣਦੀਆਂ ਹਨ ਅਤੇ ਮੇਰੇ ਪਿੱਛੇ ਚੱਲਦੀਆਂ ਹਨ। ਹੁਣ ਜਿਹੜੀਆਂ ਭੇਡਾਂ ਤਾਂ ਪ੍ਰਭੂ ਯਿਸੂ ਮਸੀਹ ਦੀਆਂ ਹਨ ਉਹ ਤਾਂ ਚੱਲਣਗੀਆਂ ਪਿੱਛੇ। ਹੁਣ ਬਾਈਬਲ ਇਹ ਵੀ ਕਹਿੰਦੀ ਹੈ ਕਿ ਚਰਚ ਦੇ ਵਿੱਚ ਭੇਡਾਂ ਹਨ ਅਤੇ ਬੱਕਰੀਆਂ ਹਨ। ਅਤੇ ਇਹ ਇੱਕ ਮੈਟਾਫੋਰ ਹੋ ਗਿਆ ਨਾ, ਗੱਲ ਇੱਕ ਐਗਜ਼ਾਮਪਲ ਦਿੰਦਾ ਹੈ ਪ੍ਰਭੂ ਯਿਸੂ ਮਸੀਹ ਕਿ ਜਿਹੜੀਆਂ ਭੇਡਾਂ ਹਨ ਉਹ ਚਰਵਾਹੇ ਦੇ ਪਿੱਛੇ ਚੱਲਦੀਆਂ ਹਨ, ਜਿਹੜੀਆਂ ਬੱਕਰੀਆਂ ਹੁੰਦੀਆਂ ਹਨ ਉਹ ਚਰਵਾਹੇ ਦੇ ਪਿੱਛੇ ਨਹੀਂ ਚੱਲਦੀਆਂ, ਕਿਉਂਕਿ ਬੱਕਰੀਆਂ ਦਾ ਆਪਣਾ ਰਾਹ ਹੁੰਦਾ ਹੈ। ਇਹ ਇੱਕ ਉਦਾਹਰਨ ਦੇ ਤੌਰ 'ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ। ਅਤੇ ਬੱਕਰੀਆਂ ਚੁਣੀਆਂ ਨਹੀਂ ਹੋਈਆਂ, ਭੇਡਾਂ ਚੁਣੀਆਂ ਹੋਈਆਂ ਹਨ। ਅਤੇ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਭੇਡਾਂ ਵਾਂਗ ਕਹਿੰਦਾ ਹੈ ਅਤੇ ਆਪਣੇ ਆਪ ਨੂੰ ਉਹ ਚਰਵਾਹਾ ਕਹਿੰਦਾ ਹੈ। ਜਿਵੇਂ ਕਿ ਅਸੀਂ ਜ਼ਬੂਰ 23 ਦੇ ਵਿੱਚ ਵੀ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਚਰਵਾਹਾ ਹੈ ਅਤੇ ਅਸੀਂ ਉਸ ਦੀਆਂ ਭੇਡਾਂ ਹਨ।
ਅਤੇ ਉਹ ਆਪਣੀਆਂ ਭੇਡਾਂ ਨੂੰ ਜਾਣਦਾ ਹੈ। ਅਤੇ ਜਿਹੜੀਆਂ ਪ੍ਰਭੂ ਦੀਆਂ ਭੇਡਾਂ ਹੁੰਦੀਆਂ ਹਨ ਉਹ ਪ੍ਰਭੂ ਦੀ ਗੱਲ ਨੂੰ ਸੁਣਦੀਆਂ ਹਨ। ਅਤੇ ਪ੍ਰਭੂ ਦੀਆਂ ਗੱਲਾਂ ਅਸੀਂ ਕਿੱਥੇ ਪਤਾ ਕਰਦੇ ਹਾਂ? ਬਾਈਬਲ ਦੇ ਵਿੱਚ। ਇਸ ਕਰਕੇ ਪੌਲੁਸ ਕਹਿੰਦਾ ਹੈ ਕਿ ਆਪਣੇ ਆਪ ਨੂੰ ਸਾਵਧਾਨ ਰੱਖੋ ਕਿ ਤੁਸੀਂ ਕਿਵੇਂ ਜੀਂਦੇ ਹੋ। ਗਿਆਨਹੀਨ ਨਾ ਬਣੋ ਬਲਕਿ ਗਿਆਨਵਾਨ ਬਣ ਜਾਓ। ਗਿਆਨਵਾਨ ਅਸੀਂ ਉਦੋਂ ਹੀ ਬਣ ਸਕਦੇ ਹਾਂ ਜਦੋਂ ਪ੍ਰਭੂ ਦਾ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਘਰ ਕਰ ਜਾਂਦਾ ਹੈ। ਸਾਡੀ ਸਮਝ ਖੁੱਲ੍ਹ ਜਾਂਦੀ ਹੈ। ਸਾਡੀ ਸਮਝ ਖੁੱਲ੍ਹ ਜਾਂਦੀ ਹੈ ਅਤੇ ਸਾਨੂੰ ਪ੍ਰਭੂ ਦੇ ਵਚਨ ਨਾਲ ਪਿਆਰ ਹੋ ਜਾਂਦਾ ਹੈ। ਅਸੀਂ ਲੂਕਾ ਦੀ ਇੰਜੀਲ ਉਸਦਾ 24 ਅਧਿਆਇ ਪੜ੍ਹਦੇ ਹਾਂ। ਉਸ ਵਿੱਚ ਵੀ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਦਰਮਿਆਨ ਆਇਆ, ਜਦੋਂ ਪ੍ਰਭੂ ਯਿਸੂ ਮਸੀਹ ਜਿੰਦਾ ਹੋ ਗਿਆ ਅਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸ਼ਾਂਤੀ ਮਿਲੇ। ਅਤੇ ਉਹਨਾਂ ਵਿੱਚੋਂ ਕਈ ਲੋਕ ਡਾਊਟ ਕਰਦੇ ਸੀ ਕਿ ਯਿਸੂ ਮਸੀਹ ਵਾਕਈ ਜਿੰਦਾ ਹੋ ਗਿਆ, ਜਿਵੇਂ ਕਿ ਥੋਮਸ। ਅਤੇ ਥੋਮਸ ਨੇ ਜਦੋਂ ਪ੍ਰਭੂ ਨੇ ਆਪਣੇ ਹੱਥ ਦਿਖਾਏ ਅਤੇ ਕਿਹਾ ਵੀ ਦੇਖ ਰਹੇ ਵੀ ਉਹੀ ਹੱਥ ਹਨ ਜਿਨ੍ਹਾਂ ਵਿੱਚ ਕੀਲਾਂ ਠੋਕੀਆਂ ਗਈਆਂ ਸੀ। ਅਤੇ ਜਦੋਂ ਉਸਨੇ ਇਹ ਗੱਲਾਂ ਦੇਖੀਆਂ ਅਤੇ ਥੋਮੇ ਨੇ ਕਿਹਾ ਵਾਕਈ ਮੈਂ ਯਕੀਨ ਕਰਦਾ ਹਾਂ ਕਿ ਤੂੰ ਵਾਕਈ ਮੇਰਾ ਪ੍ਰਭੂ ਹੈ ਅਤੇ ਮੇਰਾ ਖੁਦਾ ਹੈ। ਅਤੇ ਉਸ ਸਮੇਂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ, ਉਹ ਕਹਿੰਦਾ ਹੈ ਕਿ ਇਹ ਗੱਲਾਂ ਜੋ ਹਨ ਮੈਂ ਤੁਹਾਨੂੰ ਸਮਝਾਉਂਦਾ ਹਾਂ। ਅਸੀਂ ਦੇਖਦੇ ਹਾਂ ਲੂਕਾ ਦੀ ਇੰਜੀਲ ਉਸਦਾ 24 ਅਧਿਆਇ, ਉਸ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਕੁਝ ਮੈਂ ਤਸੀਹੇ ਝੱਲਣੇ ਸੀ ਉਹ ਸਾਰਾ ਕੁਛ ਲਿਖਿਆ ਹੋਇਆ ਸੀ। ਮੂਸਾ ਦੇ ਜਿਹੜੀਆਂ ਖੱਤ ਸਨ ਜੋ ਕਿ ਵਿਵਸਥਾ ਸਾਰ ਸੀ, ਅਤੇ ਨਬੀਆਂ ਨੇ ਜੋ ਲਿਖਿਆ ਅਤੇ ਜ਼ਬੂਰਾਂ ਵਿੱਚ ਜੋ ਮੇਰੇ ਬਾਰੇ ਲਿਖਿਆ ਗਿਆ ਉਹ ਸਾਰਾ ਕੁਛ ਹੋਣਾ ਸੀਗਾ। ਪ੍ਰਭੂ ਯਿਸੂ ਮਸੀਹ ਦਾ ਮਰਨਾ ਵੀ ਤੈਅ ਸੀ ਅਤੇ ਪ੍ਰਭੂ ਯਿਸੂ ਮਸੀਹ ਦਾ ਜੀ ਉੱਠਣਾ ਵੀ ਤੈਅ ਸੀ। ਫਿਰ ਅਸੀਂ 45 ਆਇਤ 'ਚ ਪੜ੍ਹਦੇ ਹਾਂ, ਲੂਕਾ ਦੀ ਇੰਜੀਲ 24 ਅਧਿਆਇ 45 ਆਇਤ। ਫਿਰ ਉਸ ਨੇ ਉਹਨਾਂ ਦੇ ਸਮਝ ਨੂੰ ਖੋਲ੍ਹ ਦਿੱਤਾ ਅਤੇ ਉਹਨਾਂ ਦੀ ਸਮਝ ਖੁੱਲ੍ਹ ਗਈ। ਜਿਹੜੇ ਪ੍ਰਭੂ ਦੀਆਂ ਭੇਡਾਂ ਹੁੰਦੇ ਹਨ ਉਹਨਾਂ ਦੀ ਸਮਝ ਪ੍ਰਭੂ ਖੋਲ੍ਹ ਦਿੰਦਾ ਹੈ। ਉਹ ਵਚਨਾਂ 'ਤੇ ਯਕੀਨ ਕਰਦੇ ਹਨ ਅਤੇ ਵਚਨ ਉਹਨਾਂ ਨੂੰ ਸਮਝ ਆਉਣ ਲੱਗ ਪੈਂਦੇ ਹਨ। ਜਦੋਂ ਅਸੀਂ ਪ੍ਰਭੂ 'ਚ ਨਹੀਂ ਸੀ, ਸ਼ਾਇਦ ਅਸੀਂ ਕਈ ਵਾਰੀ ਬਾਈਬਲ ਵੀ ਪੜ੍ਹਦੇ ਸੀ, ਟਰਾਈ ਕਰਦੇ ਸੀ ਕਿ ਸ਼ਾਇਦ ਜੇ ਅਸੀਂ ਪੜ੍ਹਦੇ ਹਾਂ ਸਾਨੂੰ ਕੋਈ ਸਮਝ ਮਿਲ ਜਾਊਗੀ, ਪਰ ਇਸ ਤਰ੍ਹਾਂ ਸਮਝ ਨਹੀਂ ਮਿਲਦੀ। ਜਦ ਤੱਕ ਪ੍ਰਭੂ ਯਿਸੂ ਮਸੀਹ ਸਾਡੇ ਦਿਮਾਗ ਨੂੰ ਨਹੀਂ ਖੋਲ੍ਹਦਾ ਤਦ ਤੱਕ ਅਸੀਂ ਉਹ ਗੱਲਾਂ ਨੂੰ ਸਮਝ ਨਹੀਂ ਸਕਦੇ। ਪ੍ਰਭੂ ਯਿਸੂ ਮਸੀਹ ਦੀਆਂ ਭੇਡਾਂ ਹੀ ਪ੍ਰਭੂ ਦੀਆਂ ਗੱਲਾਂ ਨੂੰ ਸਮਝ ਸਕਦੇ ਹਨ। ਚਰਚਾਂ ਵਿੱਚ ਕਈ ਲੋਕ ਆਉਂਦੇ ਹਨ ਜਿਹੜੇ ਬਚੇ ਨਹੀਂ ਹੁੰਦੇ, ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਕਿਉਂਕਿ ਉਹਨਾਂ ਦੀ ਜੀਵਨ 'ਚ ਹਲੇ ਪਵਿੱਤਰ ਆਤਮਾ ਨਹੀਂ ਆਇਆ ਹੁੰਦਾ ਅਤੇ ਪ੍ਰਭੂ ਨੇ ਉਹਨਾਂ ਦੇ ਦਿਮਾਗਾਂ ਨੂੰ ਨਹੀਂ ਖੋਲ੍ਹਿਆ ਹੁੰਦਾ। ਪਰ ਜਦੋਂ ਉਹਨਾਂ ਦੀ ਜ਼ਿੰਦਗੀ 'ਚ ਵਿਸ਼ਵਾਸ ਆ ਗਿਆ, ਉਹਨਾਂ ਦੇ ਦਿਮਾਗ ਖੁੱਲ੍ਹ ਗਏ, ਉਹਨਾਂ ਦੀ ਸਮਝ ਖੁੱਲ੍ਹ ਗਈ ਅਤੇ ਪਵਿੱਤਰ ਆਤਮਾ ਫਿਰ ਉਹਨਾਂ ਨੂੰ ਇਹ ਵਚਨ ਸਿਖਾਉਣ ਲੱਗ ਪੈਂਦਾ ਹੈ। ਅਤੇ ਇਹੀ ਗੱਲ ਕਰਦੇ ਹਾਂ, ਜੋ ਪਵਿੱਤਰ ਆਤਮਾ ਨਾਲ ਭਰੇ ਹੁੰਦੇ ਹਨ ਉਹ ਪਵਿੱਤਰ ਆਤਮਾ ਦੇ ਵਚਨ ਨੂੰ ਸਵੀਕਾਰ ਕਰਦੇ ਹਨ ਆਪਣੀ ਜ਼ਿੰਦਗੀ ਦੇ ਵਿੱਚ। ਦੂਜਾ ਤਿਮੋਥੀਅਸ ਉਸਦਾ 3 ਅਧਿਆਇ ਉਸਦੀ 16 ਆਇਤ ਵਿੱਚ ਫਿਰ ਅਸੀਂ ਪੜ੍ਹਦੇ ਹਾਂ ਕਿ ਜਿਹੜਾ ਸਾਰਾ ਪਵਿੱਤਰ ਆਤਮਾ ਦਾ ਕੰਮ ਹੈ ਬਾਈਬਲ ਦੇ ਵਿੱਚ, ਉਹ ਇਹ ਹੈ ਕਿ ਉਸਨੇ ਬਾਈਬਲ ਨੂੰ ਲਿਖਿਆ ਕਿ ਇਹ ਜੋ ਵਚਨ ਸਾਨੂੰ ਮਿਲਿਆ ਇਹ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਨੂੰ ਮਿਲਿਆ ਤਾਂ ਕਿ ਅਸੀਂ ਸਿੱਖੀਏ, ਪ੍ਰਭੂ ਸਾਨੂੰ ਤਾੜੇ, ਪ੍ਰਭੂ ਸਾਨੂੰ ਸੁਧਾਰੇ ਅਤੇ ਅਸੀਂ ਪਵਿੱਤਰਤਾ ਵਾਲੀ ਜ਼ਿੰਦਗੀ ਜੀ ਸਕੀਏ। ਅਤੇ ਜੋ ਬਾਈਬਲ ਨੂੰ ਸਿਖਾਉਂਦੇ ਹਨ ਉਹ ਵੀ ਸਹੀ ਤਰ੍ਹਾਂ ਬਾਈਬਲ ਸਿਖਾਉਣ। ਦੂਜਾ ਤਿਮੋਥੀਅਸ 3 ਅਧਿਆਇ 16 ਆਇਤ। ਇਸ ਲਈ ਜਿਹੜਾ ਪਵਿੱਤਰ ਆਤਮਾ ਨਾਲ ਭਰਿਆ ਹੁੰਦਾ ਹੈ ਉਹ ਪ੍ਰਭੂ ਦੇ ਵਚਨ ਨੂੰ ਸਵੀਕਾਰ ਕਰਦਾ ਹੈ ਆਪਣੀ ਜ਼ਿੰਦਗੀ 'ਚ। ਕਈ ਲੋਕ ਆਪਣੇ ਆਪ ਨੂੰ ਮਸੀਹੀ ਤਾਂ ਕਹਿੰਦੇ ਹਨ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਹੀ ਜੀਵਨ ਜੀ ਰਹੇ ਹਨ, ਪਰ ਨਾ ਤਾਂ ਕਦੀ ਉਹ ਬਾਈਬਲ ਪੜ੍ਹਦੇ ਹਨ ਅਤੇ ਨਾ ਹੀ ਉਹ ਬਾਈਬਲ ਦੀ ਸਿੱਖਿਆ ਨੂੰ ਸੁਣਦੇ ਹਨ। ਅਤੇ ਪ੍ਰਚਾਰਕ ਵੀ ਕਈ ਆਪਣੇ ਮਨੋ ਪ੍ਰਚਾਰ ਬਣਾ ਕੇ ਕਹਿ ਦਿੰਦੇ ਹਨ। ਉਹਨਾਂ ਦੇ ਕੋਲ ਕੋਈ ਨਾ ਤਾਂ ਵਚਨ ਹੁੰਦਾ ਹੈ ਪਰ ਕਹਾਣੀਆਂ ਸੁਣਾ ਦਿੰਦੇ ਹਨ ਲੋਕਾਂ ਨੂੰ, ਆਪਣੀ ਕਹਾਣੀਆਂ ਨਾਲ ਚੁਕੰਨਾ ਕਰ ਦਿੰਦੇ ਹਨ ਜਾਂ ਉਹਨਾਂ ਨੂੰ ਇੰਪਰੈਸ ਕਰ ਦਿੰਦੇ ਹਨ। ਕਈ ਪ੍ਰਚਾਰਕ ਬਸ ਕੋਈ ਨਾ ਕੋਈ ਕਹਾਣੀ ਲੈ ਕੇ ਆਉਂਦੇ ਰਹਿੰਦੇ ਹਨ ਜਾਂ ਪੋਲੀਟਿਕਸ ਦੇ ਉੱਤੇ ਵਚਨ ਕਰਦੇ ਰਹਿੰਦੇ ਹਨ ਜਾਂ ਲੋਕਾਂ ਨੂੰ ਪੈਸੇ ਬਾਰੇ ਦੱਸਦੇ ਰਹਿੰਦੇ ਹਨ। ਪਰ ਇੱਦਾਂ ਨਹੀਂ ਹੁੰਦਾ। ਵਚਨ ਜਿਹੜਾ ਹੁੰਦਾ ਹੈ ਪਵਿੱਤਰ ਆਤਮਾ ਵੱਲੋਂ ਵਚਨ ਉਹ ਹੁੰਦਾ ਹੈ ਜਿਹੜਾ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਦਿੰਦਾ ਹੈ ਅਤੇ ਜਿਹੜਾ ਪਰਮੇਸ਼ਵਰ ਦੇ ਲੋਕਾਂ ਨੂੰ ਪ੍ਰਭੂ ਨਾਲ ਜੋੜਦਾ ਹੈ। ਕਿਉਂਕਿ ਸਾਡੀ ਜ਼ਿੰਦਗੀ 'ਚ ਅਸੀਂ ਹਮੇਸ਼ਾ ਪ੍ਰਭੂ ਨੂੰ ਭੁੱਲ ਜਾਂਦੇ ਹਾਂ
ਕਿਉਂਕਿ ਦੁਨੀਆ ਦੇ ਵਿੱਚ ਤਕਲੀਫਾਂ ਹਨ, ਕਾਫੀ ਬਰਡਨਸ ਹਨ, ਆਪਣਾ ਕੰਮ ਸਾਨੂੰ ਕਰਨਾ ਪੈਂਦਾ ਹੈ, ਰਿਸ਼ਤੇ ਨਾਤੇ ਸਾਹਮਣੇ ਪੈਂਦੇ ਹਨ, ਬਹੁਤ ਤਕਲੀਫਾਂ ਹੁੰਦੀਆਂ ਹਨ ਜੀਵਨ ਦੇ ਵਿੱਚ। ਬਿਜ਼ੀਨੈਸ, ਕਾਫੀ ਆਪਾਂ ਬਿਜ਼ੀ ਵੀ ਰਹਿੰਦੇ ਹਾਂ, ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਦਾ ਕੰਮ ਸਾਡੀ ਜ਼ਿੰਦਗੀ 'ਚ ਇਹੀ ਹੁੰਦਾ ਹੈ ਕਿ ਸਾਨੂੰ ਬਾਰ-ਬਾਰ ਉਹ ਯਿਸੂ ਮਸੀਹ ਦੇ ਵਚਨਾਂ ਨੂੰ ਯਾਦ ਕਰਾਉਂਦਾ ਹੈ, ਤਾਂ ਕਿ ਅਸੀਂ ਉਸ ਦੇ ਕੰਮਾਂ ਉੱਤੇ ਚੱਲ ਸਕੀਏ। ਅਤੇ ਜਿਹੜੇ ਪਵਿੱਤਰ ਆਤਮਾ ਨਾਲ ਭਰੇ ਹੋਏ ਹੁੰਦੇ ਹਨ, ਉਹ ਪਾਪ ਤੋਂ ਦੂਰ ਭੱਜਦੇ ਹਨ। ਅਤੇ ਉਹ ਕਹਿੰਦਾ ਹੈ, ਮੂਰਖਤਾਈ ਵਾਲਾ ਜੀਵਨ ਨਾ ਜੀਵੋ, ਅਤੇ ਨਾ ਹੀ ਆਪਣੇ ਆਪ ਨੂੰ ਸ਼ਰਾਬੀ ਕਰ ਲਓ। ਇੱਕ ਤਾਂ ਸ਼ਰਾਬ ਨਾਲ ਸ਼ਰਾਬੀ ਹੋਏ ਹੁੰਦੇ ਹਨ, ਇੱਕ ਪੈਸੇ ਦੇ ਲਾਲਚ ਨਾਲ ਸ਼ਰਾਬੀ ਹੋਏ ਹੁੰਦੇ ਹਨ, ਜਾਂ ਕੋਈ ਗਲਤ ਕੰਮਾਂ ਨਾਲ ਸ਼ਰਾਬੀ ਹੋਇਆ ਹੁੰਦਾ ਹੈ, ਜਾਂ ਕੋਈ ਖਾਣਿਆਂ ਵੱਲ ਹੀ ਭੱਜੀ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੇ ਪਾਪ ਸਾਡੀ ਜ਼ਿੰਦਗੀ 'ਚ ਹੁੰਦੇ ਹਨ। ਆਪਣੇ ਆਪ ਨੂੰ ਅਸੀਂ ਸ਼ਰਾਬੀ ਵਾਂਗੂ ਨਾ ਬਣਾਈਏ, ਬਲਕਿ ਇੱਕ ਸਾਡੀ ਜ਼ਿੰਦਗੀਆਂ ਵਿੱਚ ਇੱਕ ਸੋਬਰਾਈਟੀ ਹੋਣੀ ਚਾਹੀਦੀ ਹੈ, ਵੀ ਅਸੀਂ ਸੋਬਰ ਹੋ ਜਾਈਏ, ਵੀ ਸਾਡੇ ਵਿੱਚ ਕੋਈ ਅਸੀਂ ਸ਼ਰਾਬੀਆਂ ਵਾਂਗੂ ਨਾ ਡੋਲੀਏ। ਆਪਣੀ ਜ਼ਿੰਦਗੀਆਂ ਨੂੰ ਇੱਕ ਕਹਿ ਲਓ ਕਾਮਨੈਸ ਨਾਲ ਭਰ ਲਈਏ, ਵੀ ਸ਼ਾਂਤੀ, ਸੰਤੁਸ਼ਟੀ, ਇਹ ਚੀਜ਼ਾਂ ਸਾਡੀ ਜ਼ਿੰਦਗੀ 'ਚ ਹੋਵੇ। ਪਵਿੱਤਰ ਆਤਮਾ ਨਾਲ ਜਿਹੜਾ ਇੱਕ ਇਨਸਾਨ ਭਰਿਆ ਹੋਇਆ ਹੁੰਦਾ ਹੈ, ਉਹ ਆਗਿਆਕਾਰੀ ਹੁੰਦਾ ਹੈ। ਇਹ ਮੇਰੀ ਤੀਜੀ ਗੱਲ ਹੈ ਕਿ ਉਹ ਆਗਿਆਕਾਰੀ ਹੁੰਦਾ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇਹ ਜਿਹੜੀਆਂ ਪਹਿਲੀਆਂ 20 ਆਇਤਾਂ ਅਸੀਂ ਦੇਖੀਆਂ, ਅਫਸੀਆਂ ਦਾ ਖੱਤ 5 ਅਧਿਆਏ 1 ਤੋਂ ਲੈ ਕੇ 20 ਆਇਤ ਤੱਕ, ਇਹਦੇ ਵਿੱਚ ਪੌਲੁਸ ਇਹੀ ਕਹਿੰਦਾ ਹੈ ਕਿ ਜਿਹੜੇ ਲੋਕ ਪਵਿੱਤਰ ਆਤਮਾ ਨਾਲ ਭਰੇ ਹੋਏ ਹੁੰਦੇ ਹਨ, ਉਹ ਆਗਿਆਕਾਰੀ ਹੁੰਦੇ ਹਨ, ਉਹ ਪਰਮੇਸ਼ਵਰ ਦੀ ਆਗਿਆ ਨੂੰ ਮੰਨਦੇ ਹਨ, ਉਹ ਇੱਕ ਦੂਜੇ ਦੀ ਵੀ ਆਗਿਆ ਨੂੰ ਮੰਨਦੇ ਹਨ। ਹੁਣ ਚਰਚਾਂ ਦੇ ਵਿੱਚ, ਕਲੀਸਿਆਂ ਦੇ ਵਿੱਚ ਕਈ ਲੋਕ ਚੰਗੇ ਹੁੰਦੇ ਹਨ, ਕਈ ਲੋਕ ਕਾਫੀ ਸਮਝਦਾਰ ਹੁੰਦੇ ਹਨ, ਪਾਸਟਰ ਲੋਕ, ਪ੍ਰਚਾਰਕ ਲੋਕ, ਜਾਂ ਭਾਈ ਭੈਣ ਜੋ ਹੁੰਦੇ ਹਨ, ਜੋ ਕਿ ਚੰਗੇ ਸਪਿਰਿਚੁਅਲੀ ਸਪੀਕਿੰਗ ਵੀ ਉਹ ਆਤਮਾ ਨਾਲ ਭਰੇ ਹੋਏ ਹੁੰਦੇ ਹਨ। ਉਹਨਾਂ ਦੇ ਕੋਲ ਸਮਝ ਬੁੱਧ ਹੁੰਦੀ ਹੈ, ਅਸੀਂ ਉਹਨਾਂ ਦੀ ਗੱਲਾਂ ਨੂੰ ਸੁਣੀਏ, ਅਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਅਸੀਂ ਆਪਣੇ ਆਪ ਨੂੰ ਚੇਂਜ ਕਰੀਏ। ਅਸੀਂ ਦੇਖਦੇ ਹਾਂ ਵੀ ਤੀਤੁਸ ਦਾ ਖੱਤ ਅਤੇ ਉਸਦਾ 2 ਅਧਿਆਏ, ਤੀਤੁਸ ਦਾ ਖੱਤ ਉਸਦਾ 2 ਅਧਿਆਏ, ਉਸ ਵਿੱਚ ਵੀ ਪੌਲੁਸ ਲਿਖਦਾ ਹੈ, ਉਹ ਤੀਤੁਸ ਨੂੰ ਅਗਾਹ ਕਰਦਾ ਹੈ। ਉਹ ਕਹਿੰਦਾ ਹੈ ਕਿ ਤੂੰ ਬੰਦਿਆਂ ਨੂੰ ਸਿਖਾ ਕਿ ਉਹ ਨੌਜਵਾਨਾਂ ਨੂੰ ਚੰਗੀ ਸਿਕਸ਼ਾ ਦੇਣ, ਅਤੇ ਜਿਹੜੀਆਂ ਔਰਤਾਂ ਹਨ ਚਰਚ ਦੇ ਵਿੱਚ, ਜਿਹੜੀਆਂ ਬਚਾਈਆਂ ਗਈਆਂ ਹਨ, ਜਿਨ੍ਹਾਂ ਦਾ ਪਰਮੇਸ਼ਵਰ ਦੇ ਨਾਲ ਚੰਗਾ ਚਾਲ ਚੱਲਣ ਹੈ, ਜਿਨ੍ਹਾਂ ਦਾ ਇੱਕ ਚੰਗਾ ਰੁਤਬਾ ਹੈ ਚਰਚਾਂ ਦੇ ਵਿੱਚ, ਉਹ ਛੋਟੀਆਂ ਔਰਤਾਂ ਨੂੰ ਜਾਂ ਬੱਚਿਆਂ ਨੂੰ, ਕੁੜੀਆਂ ਨੂੰ ਉਹ ਚੰਗੀਆਂ ਗੱਲਾਂ ਖੁਦਾ ਦੇ ਬਾਰੇ ਦੱਸਣ। ਅਤੇ ਜਿਹੜੇ ਲੋਕ ਪਰਮੇਸ਼ਵਰ ਕੋਲ ਆਉਂਦੇ ਹਨ, ਉਹ ਦੂਜੇ ਲੋਕਾਂ ਦੇ ਅੱਗੇ ਆ ਕੇ ਉਹਨਾਂ ਦੇ ਕੋਲ ਆਗਿਆਕਾਰੀ ਬਣ ਜਾਂਦੇ ਹਨ। ਆਗਿਆਕਾਰੀ ਦਾ ਬਣਨ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਦੂਜੇ ਦੀ ਗੱਲ ਨੂੰ ਸਹਾਰਦੇ ਹਾਂ। ਜੇ ਕੋਈ ਆ ਕੇ ਸਾਨੂੰ ਕੁਛ ਕਹਿੰਦਾ ਹੈ ਵੀ ਇਹ ਸ਼ਾਇਦ ਤੁਹਾਡੀ ਜ਼ਿੰਦਗੀ 'ਚ ਆਹ ਕੰਮ ਸਹੀ ਨਹੀਂ ਹੈ, ਜਾਂ ਪਾਪ ਹੈ, ਜਾਂ ਤੁਸੀਂ ਸਾਨੂੰ ਇੱਦਾਂ ਨਹੀਂ ਬੋਲਣਾ ਚਾਹੀਦਾ, ਜਾਂ ਗਾਲਾਂ ਨਹੀਂ ਕੱਢਣੀਆਂ ਚਾਹੀਦਾ, ਜਾਂ ਕੁਛ ਵੀ ਹੋਵੇ, ਕੋਈ ਸਾਨੂੰ ਆ ਕੇ ਕਹਿੰਦਾ ਹੈ ਕਲੀਸਿਆ ਦੇ ਵਿੱਚ, ਸਾਨੂੰ ਗੱਲ ਸੁਣਨੀ ਚਾਹੀਦੀ ਹੈ, ਅਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਸਾਨੂੰ ਆਪਣੇ ਜੀਵਨ ਨੂੰ ਇੱਕ ਪ੍ਰਭੂ ਦੀ ਮਹਿਮਾ ਨਾਲ ਕਹਿ ਲਓ ਜੋੜਨਾ ਚਾਹੀਦਾ ਹੈ। ਪ੍ਰਭੂ ਦੀ ਮਹਿਮਾ ਮਿਲੇ ਸਾਡੇ ਜੀਵਨ ਦੇ ਵਿੱਚ, ਅਤੇ ਇਹ ਗੱਲਾਂ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਆਗਿਆਕਾਰੀ ਬਣ ਜਾਂਦੇ ਹਾਂ। ਅੱਜ ਦੇ ਸਮੇਂ ਦੀ ਗੱਲ ਕਰੀਏ, ਅੱਜ ਦੇ ਸਮੇਂ ਦੇ ਵਿੱਚ ਲੋਕ ਆਗਿਆਕਾਰੀ ਨਹੀਂ ਹੈ। ਈਵਨ ਕਿ ਅਸੀਂ ਆਪਣੇ ਵੈਸਟਰਨ ਵਰਲਡ ਦੀ ਗੱਲ ਕਰੀਏ, ਜਿੱਥੇ ਅਸੀਂ ਰਹਿੰਦੇ ਹਾਂ, ਅਤੇ ਸ਼ਾਇਦ ਇੰਡੀਆ ਦੇ ਵਿੱਚ ਹੁਣ ਮੈਨੂੰ ਪਤਾ ਨਹੀਂ ਵੀ ਕਿੱਦਾਂ ਦਾ ਸਿਸਟਮ ਹੈ ਬੱਚਿਆਂ ਦਾ ਜਾਂ ਨੌਜਵਾਨਾਂ ਦਾ, ਪਰ ਇੱਥੇ ਜਿਹੜਾ ਸਾਡਾ ਇੱਕ ਸਿਸਟਮ ਹੈ ਇੱਥੇ, ਉਹ ਇਹ ਹੈ ਕਿ ਤੁਸੀਂ ਕਿਸੇ ਨੂੰ ਕੁਛ ਕਹਿ ਨਹੀਂ ਸਕਦੇ। ਈਵਨ ਕਿ ਚਰਚ ਦੇ ਵਿੱਚ ਵੀ ਕੋਈ ਤੁਹਾਨੂੰ ਸਲਾਹ ਦਿੰਦਾ ਹੈ, ਜਾਂ ਕੋਈ ਹਿਦਾਇਤ ਦਿੰਦਾ ਹੈ, ਚੰਗੀ ਹਿਦਾਇਤ ਦਿੰਦਾ ਹੈ, ਜਾਂ ਤੁਹਾਡੇ ਨਾਲ ਬਹਿ ਕੇ ਪ੍ਰਾਰਥਨਾ ਕਰਨਾ ਚਾਹੁੰਦਾ ਹੈ, ਜਾਂ ਤੁਹਾਨੂੰ ਵਚਨ ਸਿਖਾਉਣਾ ਚਾਹੁੰਦਾ ਹੈ, ਅਸੀਂ ਉਹਨਾਂ ਲੋਕਾਂ ਨਾਲ ਬੈਠਣਾ ਪਸੰਦ ਨਹੀਂ ਕਰਦੇ। ਇਹ ਬਹੁਤ ਗਲਤ ਗੱਲ ਹੈ। ਅਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਗਿਆਕਾਰੀ ਨਹੀਂ ਸਿਖਾਵਾਂਗੇ, ਤਾਂ ਫਿਰ ਗਾਂਹ ਜਾ ਕੇ ਉਹਨਾਂ ਨੇ ਆਗਿਆਕਾਰ ਥੋੜ੍ਹੀ ਬਣਨਾ ਹੈ। ਅਤੇ ਜੇ ਅਸੀਂ ਖੁਦ ਐਜ਼ ਮਸੀਹੀ ਲੋਕ ਆਗਿਆਕਾਰੀ ਨਹੀਂ ਹਾਂ, ਤਾਂ ਫਿਰ ਸਾਡੇ ਬੱਚਿਆਂ ਨੇ ਵੀ ਨਹੀਂ ਆਗਿਆਕਾਰੀ ਬਣਨਾ, ਕਿਉਂਕਿ ਸਾਡੇ ਬੱਚੇ ਸਾਡੇ ਤੋਂ ਸਿੱਖਦੇ ਹਨ, ਅਤੇ ਅਸੀਂ ਵੀ ਦੂਜੇ ਲੋਕਾਂ ਤੋਂ ਸਿੱਖਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਇੱਕ ਸਟੂਡੈਂਟ ਵਾਂਗੂ ਨਾ ਰੱਖੀਏ, ਵੀ ਅਸੀਂ ਆਪਣੇ ਆਪ ਨੂੰ ਟੀਚਰ ਹੀ ਬਣਾ ਕੇ ਰੱਖੀਏ, ਅਤੇ ਕਿਸੇ ਦੀ ਗੱਲ ਸੁਣੀਏ ਨਾ, ਵੀ ਅਗਲਾ ਬੰਦਾ ਵੀ ਕੋਈ ਚੰਗੀ ਗੱਲ ਮੈਨੂੰ ਕਹਿ ਸਕਦਾ ਹੈ, ਸਾਨੂੰ ਸੁਣਨੀ ਚਾਹੀਦੀ ਹੈ। ਸ਼ਾਇਦ ਉਹ ਮੇਰੇ ਪਤੇ ਦੀ ਗੱਲ ਕਰਦਾ ਹੋਵੇ, ਮੇਰੇ ਭਲਾਈ ਲਈ ਗੱਲ ਕਰਦਾ ਹੋਵੇ। ਇਸ ਕਰਕੇ ਆਗਿਆਕਾਰੀ ਬਣੋ। ਅਤੇ ਉਹ ਕਹਿੰਦਾ ਹੈ ਜਿਹੜੇ ਆਤਮਾ ਨਾਲ ਭਰੇ ਹੋਏ ਹੁੰਦੇ ਹਨ, ਉਹ ਕੀ ਕਰਦੇ ਹਨ?
19 ਆਇਤ ਤੋਂ ਅਸੀਂ ਪੜ੍ਹਦੇ ਹਾਂ, ਉਹ ਕਹਿੰਦਾ ਹੈ ਉਹ ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਿਕ ਗੀਤਾਂ ਨਾਲ ਬੋਲਦੇ ਹਨ। ਇੱਕ ਦੂਜੇ ਨੂੰ ਭਜਨਾਂ, ਸ਼ਬਦਾਂ ਅਤੇ ਆਤਮਿਕ ਗੀਤਾਂ ਨਾਲ ਬੋਲੋ। ਫਿਰ ਉਹ ਕਹਿੰਦਾ ਹੈ ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗੀਤ ਗਾਵੋ ਅਤੇ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਦੇ ਰਹੋ। ਅਤੇ ਇਹ ਜਿਹੜੀਆਂ ਗੱਲਾਂ ਅਸੀਂ ਦੇਖਦੇ ਹਾਂ, ਪੌਲੁਸ ਕਹਿੰਦਾ ਹੈ ਪਹਿਲਾ ਥੈਸਲੁਨੀਕੀਆ ਉਸਦਾ 5 ਅਧਿਆਇ, ਪਹਿਲਾ ਥੈਸਲੁਨੀਕੀਆ ਉਸਦਾ 5 ਅਧਿਆਇ, ਉਸ ਵਿੱਚ ਵੀ ਪੌਲੁਸ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਆਉਂਦਾ ਹੈ, ਪ੍ਰਭੂ ਯਿਸੂ ਮਸੀਹ ਆਉਂਦਾ ਹੈ ਅਤੇ ਜਦੋਂ ਆਉਂਦਾ ਹੈ ਉਹ ਸਾਨੂੰ ਨਾਲ ਲੈ ਕੇ ਜਾਵੇਗਾ। ਜਦ ਤੱਕ ਪ੍ਰਭੂ ਯਿਸੂ ਮਸੀਹ ਨਹੀਂ ਆਉਂਦਾ ਅਸੀਂ ਉਸ ਦਾ ਇੰਤਜ਼ਾਰ ਕਰਦੇ ਹਾਂ, ਅਤੇ ਉਸਦੇ ਇੰਤਜ਼ਾਰ ਦੇ ਵਿੱਚ ਹੀ ਅਸੀਂ ਕਲੀਸਿਆਵਾਂ ਨੂੰ ਇਕੱਠੇ ਕਰਦੇ ਹਾਂ, ਸੰਡੇ ਨੂੰ ਪ੍ਰਚਾਰ ਕਰਦੇ ਹਾਂ, ਗੀਤ ਭਜਨ ਗਾਉਂਦੇ ਹਾਂ, ਪ੍ਰਾਰਥਨਾ ਕਰਦੇ ਹਾਂ ਇੱਕ ਦੂਜੇ ਲਈ। ਬੁੱਧਵਾਰ ਨੂੰ ਜਾਂ ਵੀਰਵਾਰ ਨੂੰ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਵੀ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ। ਕਿਉਂਕਿ ਅਸੀਂ ਪ੍ਰਭੂ ਦਾ ਇੰਤਜ਼ਾਰ ਕਰ ਰਹੇ ਹਾਂ। ਅਸੀਂ ਉਡੀਕ ਕਰਦੇ ਹਾਂ ਕਿ ਕਿਸੇ ਦਿਨ ਆਵੇਗਾ ਪ੍ਰਭੂ ਯਿਸੂ ਮਸੀਹ ਅਤੇ ਸਾਨੂੰ ਆਪਣੇ ਨਾਲ ਲੈ ਜਾਵੇਗਾ। ਉਹ ਕਹਿੰਦਾ ਤਦ ਤੱਕ ਇੱਕ ਦੂਸਰੇ ਨੂੰ ਦਿਲਾਸਾ ਦਿੰਦੇ ਰਹੋ। ਪਹਿਲਾ ਥੈਸਲੁਨੀਕੀਆ ਉਸਦਾ 5 ਅਧਿਆਇ ਉਸਦੀ 11 ਆਇਤ, ਉਹ ਕਹਿੰਦਾ ਹੈ ਕਿ ਇੱਕ ਦੂਸਰੇ ਨੂੰ ਦਿਲਾਸਾ ਦਿੰਦੇ ਰਹੋ। ਅਸੀਂ ਦਿਲਾਸਾ ਇੱਕ ਦੂਜੇ ਨੂੰ ਕਿੱਦਾਂ ਦਿੰਦੇ ਹਾਂ? ਜਦੋਂ ਅਸੀਂ ਇੱਕ ਦੂਜੇ ਨੂੰ ਇੱਕ ਬਾਈਬਲ 'ਚੋਂ ਪੜ੍ਹ ਕੇ ਦੱਸਦੇ ਹਾਂ ਕਲਾਮ, ਜਾਂ ਗੀਤ ਗਾਉਂਦੇ ਹਾਂ ਬਹਿ ਕੇ, ਜਾਂ ਪ੍ਰਾਰਥਨਾ ਕਰਦੇ ਹਾਂ, ਜਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਇੱਦਾਂ ਅਸੀਂ ਇੱਕ ਦੂਸਰੇ ਨੂੰ ਦਿਲਾਸਾ ਦਿੰਦੇ ਹਾਂ ਪਰਮੇਸ਼ਵਰ ਦੇ ਵਿੱਚ। ਅਤੇ ਜਿਹੜਾ ਇੱਕ ਮਸੀਹ ਦੀ ਆਤਮਾ ਨਾਲ ਭਰਿਆ ਹੁੰਦਾ ਹੈ, ਮਸੀਹ ਦੇ ਆਤਮਾ ਨਾਲ ਜਿਹੜਾ ਭਰਿਆ ਹੁੰਦਾ ਹੈ ਇਨਸਾਨ, ਉਹ ਪ੍ਰਭੂ ਦੀ ਗੱਲ ਨੂੰ ਸੁਣਦਾ ਹੈ ਅਤੇ ਉਹ ਪ੍ਰਭੂ ਦਾ ਇੱਕ ਆਗਿਆਕਾਰੀ ਬੱਚਾ ਹੁੰਦਾ ਹੈ। ਅਤੇ ਅੱਜ ਸਾਨੂੰ ਇਹੀ ਗੱਲਾਂ ਦੇਖਣ ਦੀ ਲੋੜ ਹੈ ਵੀ ਕੀ ਅਸੀਂ ਆਗਿਆਕਾਰੀ ਹਾਂ? ਜੇ ਅਸੀਂ ਕਹਿੰਦੇ ਹਾਂ ਅਸੀਂ ਆਤਮਾ ਨਾਲ ਭਰੇ ਹੋਏ ਹਾਂ, ਅਤੇ ਕੀ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹਾਂ? ਕੀ ਸਾਡਾ ਰਿਸ਼ਤਾ ਪ੍ਰਭੂ ਯਿਸੂ ਮਸੀਹ ਦੇ ਨਾਲ ਹੈ? ਕੀ ਅਸੀਂ ਪ੍ਰਭੂ ਦੀ ਸੱਚਾਈ ਦੇ ਵਿੱਚ ਚੱਲਦੇ ਹਾਂ? ਜੇ ਅਸੀਂ ਪਾਪ 'ਚ ਡਿੱਗਦੇ ਵੀ ਹਾਂ, ਕੀ ਅਸੀਂ ਤੌਬਾ ਕਰਦੇ ਹਾਂ, ਦੁਬਾਰਾ ਮੁੜਦੇ ਹਾਂ ਪ੍ਰਭੂ ਵੱਲ? ਅਤੇ ਕੀ ਸਾਡਾ ਇੱਕ ਰਿਸ਼ਤਾ ਪ੍ਰਭੂ ਦੇ ਲੋਕਾਂ ਨਾਲ ਚੰਗਾ ਹੁੰਦਾ ਹੈ? ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਾ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀਆਂ 'ਚ ਆ ਗਿਆ, ਉਹ ਆਪਣੇ ਪਰਿਵਾਰ ਨਾਲ ਸਾਡੀ ਜ਼ਿੰਦਗੀਆਂ 'ਚ ਆਇਆ, ਉਹ ਪਿਤਾ ਦੇ ਨਾਲ ਸਾਡੀ ਜ਼ਿੰਦਗੀਆਂ 'ਚ ਆਇਆ, ਉਹ ਪਵਿੱਤਰ ਆਤਮਾ ਦੇ ਨਾਲ ਸਾਡੀ ਜ਼ਿੰਦਗੀਆਂ 'ਚ ਆ ਗਿਆ, ਅਤੇ ਉਹ ਆਪਣੀ ਕਲੀਸਿਆ ਦੇ ਨਾਲ ਵੀ ਸਾਡੀ ਜ਼ਿੰਦਗੀਆਂ 'ਚ ਆਇਆ। ਇਸ ਕਰਕੇ ਕੋਈ ਵੀ ਮਸੀਹੀ ਇਕੱਲਾ ਨਾ ਰਵੇ, ਪਰ ਉਹ ਆਪਣੇ ਆਪ ਨੂੰ ਸੰਗਤ ਵਿੱਚ ਸ਼ਾਮਲ ਰੱਖੇ। ਜਿਹੜੇ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਹੁੰਦੇ ਹਨ, ਉਹ ਇਹ ਗੱਲਾਂ ਨੂੰ ਜਾਣਦੇ ਹਨ, ਅਤੇ ਉਹ ਕਲੀਸਿਆ ਇੱਕ ਚੰਗੀ ਕਲੀਸਿਆ ਨਾਲ ਜੁੜਦੇ ਹਨ, ਬਚਨ ਨੂੰ ਸੁਣਦੇ ਹਨ, ਬਚਨ ਆਪਣੀ ਜ਼ਿੰਦਗੀਆਂ 'ਚ ਲੈ ਕੇ ਆਉਂਦੇ ਹਨ, ਅਤੇ ਲੋਕਾਂ ਨੂੰ ਦੱਸਦੇ ਹਨ ਪ੍ਰਭੂ ਦੇ ਬਾਰੇ, ਅਤੇ ਇੱਕ ਦੂਸਰੇ ਨੂੰ ਤਸੱਲੀ ਦਿੰਦੇ ਹਨ। ਜੇ ਕੋਈ ਗਲਤੀ ਕਰਦਾ ਹੈ ਉਸ ਨੂੰ ਉਹ ਪ੍ਰਭੂ ਦੇ ਵਿੱਚ ਆ ਕੇ ਇੱਕ ਚੰਗੀ ਤਰ੍ਹਾਂ ਗੁੱਸੇ ਨਾਲ ਨਹੀਂ ਬੋਲਦੇ, ਪਰ ਉਹ ਹਲੀਮੀ ਦੇ ਵਿੱਚ ਉਹ ਸੱਚ ਨੂੰ ਦੱਸਦੇ ਹਨ। ਜਿਵੇਂ ਕਿ ਅਸੀਂ ਅਫਸੀਆਂ ਦੇ ਖੱਤ ਉਸਦਾ 4 ਅਧਿਆਇ ਪੜ੍ਹਿਆ ਕਿ ਇੱਕ ਦੂਸਰੇ ਨੂੰ ਸੱਚ ਦੱਸੋ। ਸੱਚ ਜੇ ਕੜਵਾ ਵੀ ਹੋਵੇ ਤਾਂ ਵੀ ਇੱਕ ਦੂਸਰੇ ਨੂੰ ਸੱਚ ਦੱਸੋ, ਪਿਆਰ ਵਿੱਚ, ਪ੍ਰੇਮ ਦੇ ਵਿੱਚ ਹੋ ਕੇ, ਲੜਾਈ ਝਗੜੇ ਨਾਲ ਨਹੀਂ, ਆਰਗੂਮੈਂਟ ਕਰਕੇ ਨਹੀਂ, ਪਰ ਇੱਕ ਚੰਗੇ ਭੈਣ ਭਰਾ ਵਾਂਗਣ, ਤਾਂ ਕਿ ਸਾਡਾ ਰਿਸ਼ਤਾ ਹੋਰ ਤੋਂ ਹੋਰ ਡੂੰਘਾ ਹੋ ਜਾਵੇ। ਅਤੇ ਇਹ ਹੋਈਆਂ ਗੱਲਾਂ ਅਸੀਂ ਅੱਜ ਦੀਆਂ ਜੋ ਅਸੀਂ ਦੇਖੀਆਂ ਵੀ ਇਹ 3 ਗੱਲਾਂ ਸਾਡੀ ਜ਼ਿੰਦਗੀ 'ਚ ਹੋਣੀਆਂ ਬਹੁਤ ਜ਼ਰੂਰੀ ਹੈ। ਪਵਿੱਤਰ ਆਤਮਾ ਨਾਲ ਭਰੇ ਹੋਏ ਲੋਕ ਕੀ ਹੁੰਦੇ ਹਨ। ਅਤੇ ਮੈਂ ਚਾਹੁੰਦਾ ਹਾਂ ਕਿ ਪ੍ਰਭੂ ਤੁਹਾਡੀ ਜ਼ਿੰਦਗੀ ਵਿੱਚ ਹੋਰ ਤੋਂ ਹੋਰ ਚੰਗਾ ਕੰਮ ਕਰੇ, ਪ੍ਰਭੂ ਦਾ ਆਤਮਾ ਤੁਹਾਡੀ ਜ਼ਿੰਦਗੀ 'ਚ ਕੰਮ ਕਰੇ, ਅਤੇ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਖੁਸ਼ੀ ਨੂੰ ਜਾਣੋ, ਉਸ ਦੀ ਸ਼ਾਂਤੀ ਨੂੰ ਜਾਣੋ, ਜੋ ਕਿ ਪਵਿੱਤਰ ਆਤਮਾ ਦੇ ਜ਼ਰੀਏ ਸਾਡੀ ਜ਼ਿੰਦਗੀ 'ਚ ਆਉਂਦੀ ਹੈ। ਪ੍ਰਭੂ ਯਿਸੂ ਮਸੀਹ ਤੁਹਾਨੂੰ ਸਭਨਾਂ ਨੂੰ ਬਹੁਤ ਹੀ ਬਰਕਤ ਦੇਵੇ ਇਸ ਵਚਨ ਦੇ ਦੁਆਰਾ। ਆਮੀਨ।